ਸਾਰਿਆਂ 'ਚ ਐਮਸੀ ਦੀ ਪਰਮੇਸ਼ਵਰ ਅੱਜ ਦੇ ਦਿਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ। ਅੱਜ ਦੇ ਪਵਿੱਤਰ ਦਿਨ ਦੇ ਲਈ ਜੋ ਪਿਤਾ ਪਰਮੇਸ਼ਵਰ ਨੇ ਸਾਡੇ ਸਭਨਾਂ ਲਈ ਠਹਿਰਾਇਆ, ਕਿਉਂਕਿ ਬਚਨ ਕਹਿੰਦਾ ਹੈ ਅੱਜ ਦਾ ਦਿਨ ਯਹੋਵਾ ਨੇ ਬਣਾਇਆ, ਇਹਦੇ ਵਿੱਚ ਆਨੰਦਿਤ ਤੇ ਮਗਨ ਹੋਵੋ। ਸੋ ਸਾਰੇ ਕਿੰਨੇ ਖੁਸ਼ ਹੁੰਦੇ ਆ ਯਹੋਵਾ ਦੇ ਦਿੱਤੇ ਦਿਨ ਦੇ ਵਿੱਚ, ਕਿੰਨੇ ਆਨੰਦਿਤ ਹੁੰਦੇ ਆ ਕਿ ਖੁਦਾ ਨੇ ਸਾਨੂੰ ਇੱਕ ਦਿਨ ਹੋਰ ਦੇਖਣ ਦਾ ਮੌਕਾ ਦਿੱਤਾ। ਕਿੰਨੇ ਇਸ ਦਿਨ ਨੂੰ ਆਨੰਦਿਤ ਹੋ ਕੇ ਮਨਾਉਂਦੇ ਔਰ ਪਰਮੇਸ਼ਵਰ ਦੀ ਮਹਿਮਾ ਲਈ ਇਸਤੇਮਾਲ ਕਰਦੇ ਆ, ਜ਼ਰੂਰ ਦੱਸਣਾ। ਸੋ ਪਰਮੇਸ਼ਵਰ ਦੇ ਵਿੱਚ ਅਸੀਂ ਆਓ ਇੱਕ ਛੋਟੀ ਜਿਹੀ ਪ੍ਰਾਰਥਨਾ ਨੂੰ ਕਰਦੇ ਹਾਂ ਇੱਕ ਵਚਨ ਦੇਣ ਤੋਂ ਪਹਿਲਾਂ। ਖੁਦਾ ਸਾਨੂੰ ਸਾਰਿਆਂ ਨੂੰ ਬਲੈਸ ਕਰੇ। ਪਿਤਾ ਪਰਮੇਸ਼ਵਰ, ਅੱਜ ਦਾ ਸਮਾਂ ਖੁਦਾਵੰਦ ਖੁਦਾ ਸਾਡੇ ਸਾਰਿਆਂ ਲਈ ਆਸ਼ੀਸ਼ ਤੇ ਬਰਕਤ ਦਾ ਸਮਾਂ ਹੋਵੇ। ਸਭ ਸੁਣਨ ਵਾਲਿਆਂ ਲਈ ਖੁਦਾਵੰਦ ਖੁਦਾ, ਮੇਰੇ ਪਿਤਾ ਪਰਮੇਸ਼ਵਰ, ਤੂੰ ਸਾਡੇ ਵਿੱਚ ਵੱਧ ਜਾਵੇਂ, ਅਸੀਂ ਘਟ ਜਾਈਏ, ਤੇਰੀ ਮਹਿਮਾ ਨੂੰ ਕਰਦੇ ਜਾਈਏ, ਤੇਰੇ ਹੀ ਕਲਾਮ ਨੂੰ ਦੁਨੀਆ ਦੀ ਸ਼ੋਰ ਤੱਕ ਲੈ ਕੇ ਜਾਈਏ। ਖੁਦਾਵੰਦ ਖੁਦਾ, ਸਾਡੀ ਇੱਛਾ ਨਹੀਂ ਬਲਕਿ ਤੇਰੀ ਇੱਛਾ ਸਾਡੇ ਜੀਵਨ ਦੇ ਵਿੱਚ ਪੂਰੀ ਹੋਵੇ ਔਰ ਸਾਨੂੰ ਤਲਬ ਲੱਗੀ ਰਵੇ ਖੁਦਾ ਤੇਰੇ ਕੰਮਾਂ ਨੂੰ ਕਰਨ ਦੇ ਲਈ। ਤੇਰੇ ਖੋਜੀ ਬਣ ਕੇ ਰਹੀਏ ਖੁਦਾਵੰਦ ਖੁਦਾ, ਔਰ ਤੇਰੇ ਸ਼ੁਭ ਸਮਾਚਾਰ ਦਾ, ਵਚਨ ਦਾ, ਕਲਾਮ ਦਾ ਖੁਦਾ ਪਿਤਾ ਪਰਮੇਸ਼ਵਰ ਪ੍ਰਚਾਰ ਕਰੀਏ। ਖੁਦਾ ਤੇਰੀ ਸੱਚਾਈ ਦਾ ਪ੍ਰਚਾਰ ਕਰੀਏ ਖੁਦਾਵੰਦ ਖੁਦਾ, ਕਿਉਂਕਿ ਤੂੰ ਸੱਚ ਹੈ, ਅਲਫਾ ਤੇ ਮੇਗਾ ਤੂੰ ਹੈ ਖੁਦਾ, ਰਾਹ ਸੱਚਾਈ ਤੇ ਜ਼ਿੰਦਗੀ ਤੂੰ ਹੈ ਮੇਰੇ ਪਿਤਾ ਪਰਮੇਸ਼ਵਰ। ਤਾਂ ਜੋ ਅਸੀਂ ਦੁਨੀਆ ਨੂੰ ਦੱਸ ਸਕੀਏ ਜਿੱਦਾਂ ਅਸੀਂ ਸੱਚ ਨੂੰ ਜਾਣਿਆ, ਜੋ ਤੈਨੂੰ ਨਹੀਂ ਜਾਣਦੇ ਉਹ ਵੀ ਤੈਨੂੰ ਜਾਣ ਲੈਣ ਖੁਦਾ, ਕਿਉਂਕਿ ਹੁਣ ਅੰਤ ਦਾ ਸਮਾਂ ਨੇੜੇ ਆ ਖੁਦਾਵੰਦ ਖੁਦਾ। ਅਸੀਂ ਸਾਰੇ ਦੇਖ ਰਹੇ ਹਾਂ ਖੁਦਾਵੰਦ ਖੁਦਾ, ਇੱਕ ਇੱਕ ਜਨ ਬਚਾਇਆ ਜਾਵੇ ਖੁਦਾ। ਇਸੇ ਵਕਤ ਸੁਣਨ ਵਾਲਿਆਂ ਦੇ ਉੱਤੇ ਤੇਰਾ ਆਤਮਾ ਕਬਜ਼ਾ ਕਰੇ ਖੁਦਾ, ਔਰ ਪਿਤਾ ਪਰਮੇਸ਼ਵਰ ਤੇਰੀ ਵਿਜ਼ਡਮ ਇਹਨਾਂ ਦੇ ਉੱਤੇ ਉਤਰੇ ਖੁਦਾਵੰਦ ਖੁਦਾ। ਤੇਰਾ ਆਤਮਾ ਇਹਨਾਂ ਦੀਆਂ ਸੋਚਾਂ ਵਿਚਾਰਾਂ ਦੇ ਉੱਤੇ ਕਬਜ਼ਾ ਕਰ ਲਵੇ ਖੁਦਾਵੰਦ ਖੁਦਾ। ਇਹਨਾਂ ਦੇ ਹਰ ਦੁੱਖ ਤਕਲੀਫ ਜਾਂਦੇ ਰਹਿਣ ਖੁਦਾਵੰਦ ਖੁਦਾ, ਔਰ ਇਹਨਾਂ ਦੇ ਜੀਵਨਾਂ ਦੇ ਵਿੱਚ ਛੁਟਕਾਰਾ ਆਵੇ, ਉਧਾਰ ਆਵੇ ਖੁਦਾ, ਸੈਲਵੇਸ਼ਨ ਆਵੇ ਖੁਦਾਵੰਦ ਖੁਦਾ, ਔਰ ਤੇਰੀ ਮਹਿਮਾ ਕਰਨ ਖੁਦਾਵੰਦ ਖੁਦਾ, ਔਰ ਤੇਰੇ ਕਲਾਮ ਨੂੰ ਦੁਨੀਆ ਤੱਕ ਲੈ ਕੇ ਜਾਣ ਖੁਦਾ। ਆਪਣੀਆਂ ਗਵਾਹੀਆਂ ਦੇ ਨਾਲ ਖੁਦਾਵੰਦ ਖੁਦਾ ਤੇਰਾ ਪ੍ਰਚਾਰ ਕਰਨ, ਕਿਉਂਕਿ ਤੁਸੀਂ ਸਾਡੇ ਜੀਵਨ ਦੇ ਵਿੱਚ ਅਦਭੁਤ ਗਵਾਹੀਆਂ ਨੂੰ ਪ੍ਰਗਟ ਕਰਦੇ ਹੋ ਖੁਦਾ। ਤੂੰ ਜਿਉਂਦਾ ਤੇ ਜਾਗਦਾ ਪਰਮੇਸ਼ਵਰ ਹੈ ਖੁਦਾਵੰਦ ਖੁਦਾ, ਤੂੰ ਲਾਈਵ ਹੈ ਖੁਦਾਵੰਦ ਖੁਦਾ, ਤੂੰ ਸੱਚਾ ਖੁਦਾ ਹੈ। ਅਸੀਂ ਤੇਰੀ ਮਹਿਮਾ ਕਰਦੇ ਹਾਂ, ਤੇਰੀ ਉਸਤਤ ਕਰਦੇ, ਤੇਰੀ ਹੀ ਵਡਿਆਈ ਕਰਦੇ ਹਾਂ ਖੁਦਾ। ਅਸੀਂ ਘਟ ਜਾਂਦੇ, ਤੂੰ ਸਾਡੇ ਵਿੱਚ ਵੱਧ ਜਾ ਖੁਦਾਵੰਦ ਖੁਦਾ, ਕਿਉਂਕਿ ਤੇਰੇ ਨਾਮ ਦੇ ਵਿੱਚ ਹੀ ਛੁਟਕਾਰਾ ਹੈ ਮੇਰੇ ਪਿਤਾ ਪਰਮੇਸ਼ਵਰ। ਅੱਜ ਦਾ ਦਿਨ ਸਾਡੇ ਸਾਰਿਆਂ ਲਈ ਆਸ਼ੀਸ਼ ਤੇ ਬਰਕਤ ਦਾ ਹੋਵੇ ਖੁਦਾ। ਸਾਰੀ ਇੱਜ਼ਤ, ਸਾਰੀ ਮਹਿਮਾ, ਸਾਰਾ ਜਲਾਲ ਤੁਹਾਡੇ ਵੱਡੇ ਤੇ ਉੱਚੇ ਨਾਮ ਨੂੰ ਦਿੰਦੇ ਹੋਏ ਤੁਹਾਡੀ ਬੇਟੀ ਪ੍ਰਭੂ ਯੀਸ਼ੂ ਦੇ ਪਾਕ ਪਵਿੱਤਰ ਨਾਮ ਦੇ ਵਿੱਚ ਯਹੋਵਾ ਤੁਹਾਡੇ ਕੋਲੋਂ ਆਤਮਾ ਦੇ ਵਸੀਲੇ ਦੇ ਨਾਲ ਆਪਣੇ ਲਈ ਇਹਨਾਂ ਸਾਰਿਆਂ ਲਈ ਬਰਕਤ ਤੇ ਆਸ਼ੀਸ਼ ਨੂੰ ਮੰਗ ਲੈਂਦੀ ਹਾਂ। ਬੋਲੋ ਆਮੀਨ ਆਮੀਨ। ਸੋ ਅੱਜ ਦਾ ਜੋ ਪਰਮੇਸ਼ਵਰ ਨੇ ਮੈਨੂੰ ਵਚਨ ਦਿੱਤਾ, ਜੋ ਮੇਰਾ ਬਹੁਤ ਹੀ ਪਿਆਰਾ ਵਚਨ ਹੈ, ਜੋ ਮੇਰਾ ਇਹ ਰੇਮਾ ਵਚਨ ਹੈ ਜੋ ਖੁਦਾ ਨੇ ਮੈਨੂੰ ਦਿੱਤਾ ਹੋਇਆ, लूका 4:18, प्रभु का आत्मा मुझ पर है, इसलिए कि उसने कंगालों को शुभ समाचार सुनाने के लिए मेरा अभिषेक किया और मुझे इसलिए भेजा कि बंधुओं को छुटकारे का और अंधों को दृष्टि पाने का शुभ समाचार प्रचार करूं और कुचलों हुओं को छुड़ाऊं और प्रभु की प्रसन्न रहने के वर्ष का प्रचार करूं। सब बोले आमीन। ਸੋ ਸਾਰੇ ਭੈਣੋ ਤੇ ਭਰਾਵੋ, ਮੈਂ ਇਸ ਵਚਨ ਦੇ ਵਿੱਚ ਜੋ ਆਤਮਾ ਨੇ ਮੈਨੂੰ ਇਸ ਵਚਨ ਦਾ ਰੈਵਲੇਸ਼ਨ ਦਿੱਤਾ, ਉਹ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜੋ ਇਹਦੇ ਵਿੱਚ ਪਰਮੇਸ਼ਵਰ ਨੇ ਕਿਹਾ ਕਿ ਪ੍ਰਭੂ ਦਾ ਆਤਮਾ ਮੁਝ ਪਰ ਹੈ। ਸਾਡੇ ਪਰਮੇਸ਼ਵਰ ਨੇ ਸਾਨੂੰ ਆਪਣਾ ਆਤਮਾ ਸਦਾ ਸਰਬ ਦਾ ਲਈ ਦੇ ਦਿੱਤਾ, ਔਰ ਵਚਨ ਦੇ ਵਿੱਚ ਲਿਖਿਆ ਕਿ ਚਿੰਨ੍ਹ ਹੋਣਗੇ ਜਿਹੜੇ ਆਤਮਾ ਪਾਏ ਹੋਣਗੇ। ਉਹ ਜੋ ਪਵਿੱਤਰ ਆਤਮਾ ਪਾਏ ਹੋਏ ਜਨ, ਉਹ ਪਰਮੇਸ਼ਵਰ ਦੇ ਕਲਾਮ ਨੂੰ ਦੂਜਿਆਂ ਤੱਕ ਲੈ ਕੇ ਜਾਣਗੇ। ਉਹ ਜੋ ਕੋਈ ਦੁਖੀ ਹੋਊਗਾ, ਜੋ ਬਿਮਾਰ ਹੋਊਗਾ, ਉਹਨੂੰ ਪਰਮੇਸ਼ਵਰ ਦੇ ਬਾਰੇ ਦੱਸਣਗੇ। ਜੋ ਪਾਪ ਦੇ ਥੱਲੇ ਆ, ਜੋ ਬੁਰਾਈ ਦੇ ਥੱਲੇ ਆ, ਉਹਨੂੰ ਸੱਚ ਦਾ ਪ੍ਰਚਾਰ ਜਾ ਕੇ ਜ਼ਰੂਰ ਕਰਨਗੇ, ਅਗਰ ਉਹ ਆਤਮਾ ਪਾਏ ਹੋਏ ਆ। ਕਿਉਂਕਿ ਪਰਮੇਸ਼ਵਰ ਦਾ ਆਤਮਾ ਜਦੋਂ ਸਾਡੇ ਅੰਦਰ ਆ ਤੇ ਉਹ ਆਤਮਾ ਦਾ ਸੁਭਾਅ ਸਾਡੇ ਅੰਦਰ ਆ ਜਾਂਦਾ। ਇਹ ਚਿੰਨ੍ਹ ਹੋਏਗਾ ਕਿ ਅਸੀਂ ਲੋਕਾਂ ਨੂੰ ਸੱਚ ਦਾ ਪ੍ਰਚਾਰ ਕਰਦੇ ਹੋਵਾਂਗੇ, ਅਸੀਂ ਲੋਕਾਂ ਨੂੰ ਪਰਮੇਸ਼ਵਰ ਦੇ ਬਾਰੇ ਦੱਸਦੇ ਹੋਵਾਂਗੇ ਜੇ ਅਸੀਂ ਆਤਮਾ ਪਾਏ ਹੋਏ ਹਾਂ। ਅਸੀਂ ਇਹ ਦੇਖਣਾ ਆ ਕਿ ਅਸੀਂ ਪ੍ਰਭੂ ਦਾ ਆਤਮਾ ਸਾਡੇ ਜੀਵਨ ਦੇ ਵਿੱਚ ਹੈ ਔਰ ਨਹੀਂ। ਅਗਰ ਅਸੀਂ ਉਹਦਾ ਆਤਮਾ ਪਾਇਆ ਹੋਇਆ ਤੇ ਅਸੀਂ ਸੱਚ ਦਾ ਪ੍ਰਚਾਰ ਕਰਾਂਗੇ। ਅਸੀਂ ਪੂਰੇ ਦਿਨ ਦੇ ਵਿੱਚ ਪ੍ਰਭੂ ਦੀ ਹੀ ਮਹਿਮਾ ਕਰਦੇ ਹੋਵਾਂਗੇ, ਚਾਹੇ ਅਸੀਂ ਕੰਮ ਕਰਦੇ ਹੋਈਏ
ਚਾਹੇ ਅਸੀਂ ਆਪਣੀ ਜੌਬ ਦੇ ਉੱਤੇ ਹੋਈਏ, ਚਾਹੇ ਘਰ ਦੇ ਵਿੱਚ ਹੋਈਏ ਜਾਂ ਕਿਸੇ ਨਾਲ ਫ਼ੋਨ ਤੇ ਗੱਲ ਕਰਦੇ ਹੋਈਏ, ਸਾਡੀਆਂ ਗੱਲਾਂ ਤੋਂ ਪਤਾ ਲੱਗੇਗਾ ਕਿ ਅਸੀਂ ਪ੍ਰਭੂ ਦਾ ਆਤਮਾ ਪਾਏ ਹੋਏ ਜਨ ਹੈ ਔਰ ਜਾਂ ਨਹੀਂ। ਅਗਰ ਅਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਾਇਆ ਹੋਇਆ ਆ ਤੇ ਸਾਡੀਆਂ ਗੱਲਾਂ ਪ੍ਰਭੂ ਦੇ ਆਤਮਾ ਦੁਆਰਾ ਸਾਡੇ ਅੰਦਰ ਦੀ ਨਿਕਲਣਗੀਆਂ, ਔਰ ਜੋ ਸੁਣੇਗਾ ਉਧਾਰ ਨੂੰ ਪ੍ਰਾਪਤ ਕਰ ਲਏਗਾ। ਜੋ ਬਿਮਾਰ ਹੋਣਗੇ ਉਹ ਚੰਗੇ ਹੋ ਜਾਣਗੇ, ਜੋ ਦਬੇ ਹੋਏ ਆ ਭਾਰ ਦੇ ਥੱਲੇ ਉਹ ਨਿਕਲ ਆਉਣਗੇ ਔਰ ਰਹਾਈ ਪਾ ਲੈਣਗੇ। ਔਰ ਪ੍ਰਭੂ ਦਾ ਆਤਮਾ ਮੁਝ ਪਰ ਹੈ। ਅਸੀਂ ਦੇਖਣਾ ਕਿ ਉਹ ਪ੍ਰਭੂ ਦਾ ਆਤਮਾ ਸਾਡੇ ਵਿੱਚ ਹੈ ਔਰ ਨਹੀਂ। ਅਗਰ ਸਾਡੇ ਵਿੱਚ ਹੈ ਤੇ ਅਸੀਂ ਪ੍ਰਭੂ ਦੀਆਂ ਹੀ ਗੱਲਾਂ ਕਰਾਂਗੇ। ਅਸੀਂ ਉਹ ਗੱਲਾਂ ਕਰਾਂਗੇ ਜੋ ਵਚਨ ਦੇ ਵਿੱਚ ਲਿਖੀਆਂ, ਜੋ ਵਚਨ ਸਾਨੂੰ ਸਿਖਾਉਂਦਾ ਹੈ ਕਿ ਦੁਨੀਆ ਤੋਂ ਵੱਖ ਹੋ ਜਾਓ, ਕਿਉਂਕਿ ਤੁਸੀਂ ਦੁਨੀਆ ਤੋਂ ਅਲੱਗ ਕੀਤੇ ਗਏ ਆ। ਹੁਣ ਤੁਸੀਂ ਦੁਨੀਆ ਦੇ ਨਹੀਂ, ਹੁਣ ਤੁਸੀਂ ਨਵੀਂ ਸ੍ਰਿਸ਼ਟੀ ਬਣ ਚੁੱਕੇ ਆ। ਪੁਰਾਣੀਆਂ ਸਭ ਗੱਲਾਂ ਬੀਤ ਗਈਆਂ ਤੇ ਸਾਡੇ ਚਿੰਨ੍ਹ ਹੋਣਗੇ ਕਿ ਵਾਕਈ ਅਸੀਂ ਦੁਨੀਆ ਤੋਂ ਅਲੱਗ ਹੋ ਚੁੱਕੇ ਆ, ਵਾਕਈ ਅਸੀਂ ਨਵੀਂ ਸ੍ਰਿਸ਼ਟੀ ਬਣ ਚੁੱਕੇ ਆ, ਵਾਕਈ ਇਹ ਵਚਨ ਸਾਡੇ ਜੀਵਨ 'ਚ ਪੂਰਾ ਹੋ ਰਿਹਾ ਕਿ ਪ੍ਰਭੂ ਦਾ ਆਤਮਾ ਸਾਡੇ ਵਿੱਚ ਹੈ। ਤਾਂ ਸਾਨੂੰ ਜਾਣਨ ਤੇ ਜਾਚਣ ਦੀ ਜ਼ਰੂਰਤ ਹੈ। ਮੈਂ ਜ਼ਰੂਰ ਇੱਕ ਮੈਸੇਜ ਦੇਵਾਂਗੀ ਵਿਸ਼ਵਾਸੀਆਂ ਨੂੰ, ਜੋ ਅੱਜ ਦੇ ਵਿਸ਼ਵਾਸੀ ਆ, ਕਿ ਪੂਰਨ ਤੌਰ ਤੇ ਪਰਮੇਸ਼ਵਰ ਨੂੰ ਸਰੈਂਡਰ ਕਰੋ। ਆਪਣੇ ਆਪ ਨੂੰ ਪੂਰਨ ਤੌਰ ਤੇ ਆਪਣੀ ਜ਼ਿੰਦਗੀ ਨੂੰ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿਓ, ਆਤਮਾ ਨੂੰ ਸੌਂਪ ਦਿਓ ਕਿ ਉਹ ਤੁਹਾਨੂੰ ਚਲਾ ਸਕੇ। ਤੁਸੀਂ ਆਪ ਚੱਲਣ ਲਈ ਕੋਸ਼ਿਸ਼ ਨਾ ਕਰੋ, ਖੁਦਾ ਨੂੰ ਕਹੋ ਕਿ ਸਾਨੂੰ ਚਲਾਓ, ਕਿਉਂਕਿ ਪਰਮੇਸ਼ਵਰ ਕਹਿੰਦਾ ਨਾ ਤੂੰ ਬਲ ਨਾਲ ਨਾ ਸ਼ਕਤੀ ਨਾਲ, ਬਲਕਿ ਮੇਰੀ ਆਤਮਾ ਦੁਆਰਾ ਤੁਸੀਂ ਚੱਲੋ। ਅਸੀਂ ਆਪਣੀ ਬੁੱਧੀ ਦਾ ਨਹੀਂ ਸਹਾਰਾ ਲੈਣਾ, ਅਸੀਂ ਪਰਮੇਸ਼ਵਰ ਦੀ ਆਤਮਾ ਦਾ ਸਹਾਰਾ ਲੈਣਾ, ਅਗਰ ਅਸੀਂ ਉਹ ਆਤਮਾ ਪਾਏ ਹੋਏ ਹਾਂ ਤਾਂ। ਕਿਉਂਕਿ ਪਰਮੇਸ਼ਵਰ ਦਾ ਆਤਮਾ ਅਗਰ ਸਾਡੇ ਵਿੱਚ ਵਸਦਾ ਹੈ ਤੇ ਅਸੀਂ ਰਹਿ ਨਹੀਂ ਸਕਾਂਗੇ ਖੁਦਾ ਦਾ ਪ੍ਰਚਾਰ ਕਰਨ ਤੋਂ ਬਿਨਾਂ, ਅਸੀਂ ਰਹਿ ਨਹੀਂ ਸਕਾਂਗੇ ਦੂਜੇ ਨੂੰ ਸੱਚਾਈ ਦੱਸਣ ਤੋਂ ਬਿਨਾਂ, ਅਸੀਂ ਸ਼ੁਭ ਸਮਾਚਾਰ ਸੁਣਾਉਣ ਤੋਂ ਰਹਿ ਨਹੀਂ ਸਕਾਂਗੇ ਜੇ ਅਸੀਂ ਉਹਦੀ ਆਤਮਾ ਪਾਏ ਹੋਏ ਹਾਂ ਤਾਂ। ਅਗਰ ਸਾਡੇ 'ਚ ਖੁਦਾ ਦਾ ਆਤਮਾ ਨਹੀਂ ਤੇ ਅਸੀਂ ਪਹਿਲਾਂ ਵੀ ਜਿੱਦਾਂ ਸੀ ਹੁਣ ਵੀ ਉੱਦਾਂ ਹੀ ਆ, ਸਾਡੇ ਵਿੱਚ ਕੋਈ ਤਬਦੀਲੀ ਨਹੀਂ। ਅਸੀਂ ਨਾ ਨਵੀਂ ਸ੍ਰਿਸ਼ਟੀ ਹਾਂ ਤੇ ਨਾ ਬਣੇ ਆ, ਨਾ ਬਣਨਾ ਚਾਹੁੰਦੇ ਆ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਆਤਮਾ ਹੀ ਹੈ ਜੋ ਸਾਨੂੰ ਉਤਸ਼ਾਹਿਤ ਕਰਦਾ, ਸਾਨੂੰ ਪ੍ਰੇਰਿਤ ਕਰਦਾ ਖੁਦਾ ਦੇ ਵਿੱਚ ਵਧਣ ਲਈ, ਸਾਡੀ ਅਗਵਾਈ ਕਰਦਾ ਹੈ। ਇਹ ਸੱਚ ਦਾ ਆਤਮਾ ਜੇ ਸਾਡੇ ਅੰਦਰ ਹੈ ਤੇ ਸਾਨੂੰ ਇਹਦੇ ਗੁਣ, ਇਹਦਾ ਸੁਭਾਅ ਸਾਡੇ ਵਿੱਚ ਦੀ ਝਲਕੇਗਾ। ਅਗਰ ਤੁਸੀਂ ਅੱਜ ਵੀ ਪਵਿੱਤਰ ਆਤਮਾ ਨਹੀਂ ਪਾਇਆ ਤੇ ਖੁਦਾ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਕਿ ਖੁਦਾ ਆਪਣਾ ਆਤਮਾ ਤੁਹਾਡੇ ਜੀਵਨ ਦੇ ਵਿੱਚ ਠਹਿਰੇ, ਕਿਉਂਕਿ ਬਿਨਾਂ ਮੰਗਿਆ ਕੁਛ ਨਹੀਂ ਮਿਲਦਾ। ਵਚਨ 'ਚ ਲਿਖਿਆ ਮੰਗੋ ਤੋ ਦਿਆ ਜਾਏਗਾ। ਅਗਰ ਅਸੀਂ ਇਹ ਵਚਨ ਨੂੰ ਪੜ੍ਹਦੇ ਹਾਂ ਕਿ ਖੁਦਾ ਨੇ ਕਿਹਾ ਹੁਣ ਮੈਂ ਆਪਣੇ ਪਿਤਾ ਕੋਲ ਜਾਵਾਂਗਾ ਤੇ ਖੁਦਾ ਪਿਤਾ ਦੇ ਕੋਲ ਬੇਨਤੀ ਕਰਾਂਗਾ, ਉਹ ਆਪਣਾ ਆਤਮਾ ਤੁਹਾਨੂੰ ਸਭਨਾਂ ਦੇ ਉੱਤੇ ਤੁਹਾਡੇ ਉਡੇਲ ਦੇਵੇਗਾ। ਤੇ ਤੁਸੀਂ ਸੋਚੋਗੇ ਕਿ ਹਾਂ ਆਤਮਾ ਸਾਡੇ ਅੰਦਰ ਹੈ, ਪਰ ਜਾਂਚੋ ਆਪਣੇ ਆਪ ਨੂੰ ਕਿ ਆਤਮਾ ਦੇ ਕੰਮ ਕਿਹੜੇ ਆ ਜਿਹੜੇ ਸਾਡੇ ਅੰਦਰ ਨਜ਼ਰ ਆਉਂਦੇ ਆ। ਖੁਦਾ ਦਾ ਯਹੋਵਾ ਪਿਤਾ ਪਰਮੇਸ਼ਵਰ ਨੇ ਜੋ ਆਪਣਾ ਆਤਮਾ ਵੀ ਸਾਡੇ ਲਈ ਰੱਖ ਨਹੀਂ ਛੱਡਿਆ, ਜੇ ਉਹ ਸਾਡੇ ਅੰਦਰ ਆ ਤੇ ਅਸੀਂ ਪਰਮੇਸ਼ਵਰ ਵੀ ਦੇਖ ਰਿਹਾ ਕਿ ਮੇਰਾ ਆਤਮਾ ਪਾਇਆ ਹੋਇਆ ਜਨ ਕਿੰਨਾ ਅਭਿਸ਼ੇਕ ਦੇ ਨਾਲ ਭਰਿਆ ਹੋਇਆ, ਕਿੱਦਾਂ ਪਰਮੇਸ਼ਵਰ ਦੇ ਕੰਮ ਕਰ ਰਿਹਾ, ਕਿੱਦਾਂ ਆਪਣੇ ਜੀਵਨ ਨੂੰ ਚਲਾ ਰਿਹਾ ਆ। ਤੋ ਸਾਨੂੰ ਆਪਣੇ ਜੀਵਨ ਦੇ ਵਿੱਚ ਜਾਂਚਣ ਤੇ ਪਰਖਣ ਦੀ ਜ਼ਰੂਰਤ ਆ ਕਿ ਅਸੀਂ ਉਹਦੀ ਆਤਮਾ ਦੁਆਰਾ ਚੱਲ ਰਹੇ ਹਾਂ ਔਰ ਨਹੀਂ। ਪਰਮੇਸ਼ਵਰ ਸਾਨੂੰ ਸਾਰਿਆਂ ਨੂੰ ਵਿਜ਼ਡਮ ਦੇਣ, ਅਕਲ ਦੇਣ, ਸਮਝ ਦੇਣ ਕਿ ਅਸੀਂ ਉਹਦੇ ਵਚਨ ਨੂੰ ਵੱਧ ਤੋਂ ਵੱਧ ਪੜ੍ਹ ਕੇ ਇਹਨਾਂ ਚੀਜ਼ਾਂ ਨੂੰ ਜਾਣ ਲਈਏ ਕਿ ਅਸੀਂ ਪਰਮੇਸ਼ਵਰ ਦੇ ਆਤਮਾ ਪਾਏ ਹੋਏ ਜਨ ਹੈ ਜਾਂ ਨਹੀਂ, ਅਸੀਂ ਨਵੀਂ ਸ੍ਰਿਸ਼ਟੀ ਬਣ ਚੁੱਕੇ ਹਾਂ ਜਾਂ ਨਹੀਂ। ਕਿਉਂਕਿ ਖੁਦਾਵੰਦ ਸਾਡੇ ਜੀਵਨ ਦੇ ਵਿੱਚ ਇੱਕ ਫਲ ਦੇਖਣਾ ਚਾਹੁੰਦਾ ਹੈ। ਜਿਸ ਤਰ੍ਹਾਂ ਅਸੀਂ ਅਗਰ ਪਵਿੱਤਰ ਆਤਮਾ ਪਾਏ ਹੋਏ ਜਾਨਾਂ ਤੇ ਸਾਡੇ ਅੰਦਰ ਪਵਿੱਤਰ ਆਤਮਾ ਦੇ 9 ਫਲ ਜ਼ਰੂਰ ਹੋਣਗੇ, ਕਿਉਂਕਿ ਪਵਿੱਤਰ ਆਤਮਾ ਸਾਨੂੰ ਗਲਤ ਪਾਸੇ ਜਾਣ ਤੋਂ ਹਮੇਸ਼ਾ ਰੋਕਦਾ ਆ। ਅਗਰ ਅਸੀਂ ਉਹ ਗਲਤੀਆਂ ਜਿਹੜੀਆਂ ਪਹਿਲਾਂ ਅੰਨ੍ਹੇ ਜਾਤੀ 'ਚ ਕਰਦੇ ਸੀ, ਅਗਰ ਅੱਜ ਅਸੀਂ ਉਹ ਕਰਨ ਤੋਂ ਸਾਡਾ ਵਿਵੇਕ ਸਾਨੂੰ ਇਜਾਜ਼ਤ ਨਹੀਂ ਦਿੰਦਾ ਤੇ ਸਮਝ ਲਓ ਪਵਿੱਤਰ ਆਤਮਾ ਸਾਡੇ ਅੰਦਰ ਹੈ, ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਹੈ। ਜੇ ਅੱਜ ਵੀ ਸਟਿਲ ਜੋ ਅਸੀਂ ਪਹਿਲਾਂ ਕਰਦੇ ਸੀ ਅੱਜ ਵੀ ਕਰ ਰਹੇ ਹਾਂ ਤੇ ਅਸੀਂ ਪਵਿੱਤਰ ਆਤਮਾ ਨੂੰ ਦਬਾਇਆ ਹੋਇਆ, ਸ਼ੋਖਿਤ ਕੀਤਾ ਹੋਇਆ, ਤਦ ਤੱਕ ਤੁਹਾਡੇ ਜੀਵਨ 'ਚ ਵਰਕ ਨਹੀਂ ਹੋਏਗਾ ਜਦ ਤੱਕ ਤੁਸੀਂ ਪਵਿੱਤਰ ਆਤਮਾ ਨੂੰ ਆਪਣੇ ਜੀਵਨ 'ਚ ਉੱਚਾ ਦਰਜਾ ਨਹੀਂ ਦਿਓਗੇ, ਪਹਿਲਾ ਦਰਜਾ ਨਹੀਂ ਦਿਓਗੇ, ਉਹਦੀ ਆਗਿਆਕਾਰੀ ਦੇ ਵਿੱਚ ਨਹੀਂ ਚੱਲੋਗੇ। ਔਰ ਉਹਦੇ ਫਲ ਤੁਹਾਡੇ ਅੰਦਰ ਕਦੋਂ ਆਉਣਗੇ? ਜਦੋਂ ਤੁਸੀਂ ਪਰਮੇਸ਼ਵਰ ਦੇ ਕੋਲੋਂ ਮੰਗੋਗੇ ਔਰ ਤੁਹਾਡੇ ਤੇ ਦਇਆ ਕਰੇਗਾ ਔਰ ਤੁਹਾਨੂੰ ਆਪਣਾ ਆਤਮਾ ਦੇਵੇਗਾ। ਤੁਸੀਂ ਉਸ ਆਤਮਾ ਨੂੰ, ਉਹਨੂੰ ਪਵਿੱਤਰ ਆਤਮਾ ਨੂੰ ਆਪਣੇ ਜੀਵਨ 'ਚ ਖੁਸ਼ ਰੱਖੋਗੇ ਤਾਂ ਖੁਦਾ ਦਾ ਆਤਮਾ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇਗਾ। ਅੱਜ ਦਾ ਮੇਰਾ ਇਹੋ ਹੀ ਮੈਸੇਜ ਆ ਕਿ ਅਸੀਂ ਸਾਰੇ ਜਿੰਨੇ ਵੀ ਪਰਮੇਸ਼ਵਰ ਨੂੰ ਜਾਣ ਚੁੱਕੇ ਹਾਂ,
ਪਰਮੇਸ਼ਵਰ ਦੇ ਨਾਮ ਦੇ ਵਿੱਚ ਵਧੀਏ, ਪਵਿੱਤਰ ਆਤਮਾ ਦੇ ਫਲਾਂ ਨੂੰ ਆਪਣੇ ਜੀਵਨ ਦੇ ਵਿੱਚ ਲਈਏ, ਆਪਣੇ ਸੁਭਾਅ ਨੂੰ ਚੇਂਜ ਕਰੀਏ, ਆਪਣੀ ਜ਼ਿੰਦਗੀ ਨੂੰ ਚੇਂਜ ਕਰੀਏ। ਨਾ ਕਿ ਆਪਾਂ ਦੋਸ਼ ਲਾਈ ਜਾਈਏ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਸਾਨੂੰ ਰਿਜ਼ਲਟ ਨਹੀਂ ਮਿਲ ਰਿਹਾ। ਪਰ ਅਸੀਂ ਇੱਕ ਗੱਲ ਸਾਨੂੰ ਜਾਣਨ ਤੇ ਜਾਂਚਣ ਦੀ ਜ਼ਰੂਰਤ ਹੈ ਕਿ ਅਸੀਂ ਨਵੀਂ ਸ੍ਰਿਸ਼ਟੀ ਬਣ ਚੁੱਕੇ ਹਾਂ। ਜੇ ਬਣ ਚੁੱਕੇ ਹਾਂ ਤੇ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਕਦੀ ਵੀ ਅਨਾਥ ਨਹੀਂ ਛੱਡਦਾ, ਉਹ ਤੁਹਾਨੂੰ ਆਜ਼ਾਦ ਕਰਦਾ ਹੈ, ਕਿਉਂਕਿ ਵਚਨ 'ਚ ਲਿਖ ਦਿੱਤਾ ਗਿਆ, ਜਿੱਥੇ ਮੇਰਾ ਆਤਮਾ ਉੱਥੇ ਆਜ਼ਾਦੀ ਹੈ। ਤੇ ਵਚਨ ਜਿਹੜਾ ਤਾਇਆ ਹੋਇਆ ਉਹ ਸੱਚਾ ਹੈ, ਔਰ ਪਰਮੇਸ਼ਵਰ ਨੇ ਕਿਹਾ ਜ਼ਮੀਨ ਤੇ ਅਸਮਾਨ ਟਲ ਜਾਣਗੇ ਪਰ ਮੇਰਾ ਵਚਨ ਕਦੀ ਨਾ ਟਲੇਗਾ। ਔਰ ਪਰਮੇਸ਼ਵਰ ਨੇ ਗਿਣਤੀ ਦੀ ਪੁਸਤਕ ਦੇ ਵਿੱਚ ਇਸੇ ਪਾਕ ਪਵਿੱਤਰ ਕਲਾਮ ਲਈ ਲਿਖਿਆ, ਮੈਂ ਕੋਈ ਇਨਸਾਨ ਨਹੀਂ ਜੋ ਝੂਠ ਬੋਲਾਂ, ਨਾ ਆਦਮ ਜਾਇਆ ਜੋ ਕਹਿ ਕੇ ਪਛਤਾਵਾਂ, ਜੋ ਆਖਿਆ ਸੋ ਕਰ ਨਾ ਸਕਾ, ਸੋ ਮੈਂ ਜੋ ਆਖਦਾ ਸੋ ਮੈਂ ਕਰਦਾ ਆ। ਉਹਨੇ ਆਖ ਦਿੱਤਾ ਜਿੱਥੇ ਮੇਰਾ ਆਤਮਾ ਉੱਥੇ ਆਜ਼ਾਦੀ ਹੈ। ਸੋ ਸਾਨੂੰ ਜਾਂਚਣ ਤੇ ਪਰਖਣ ਦੀ ਜ਼ਰੂਰਤ ਹੈ ਕਿ ਆਤਮਾ ਸਾਡੇ ਕੋਲ ਹੈ। ਅਗਰ ਹੈ ਤੇ ਅਸੀਂ ਸੰਸਾਰਿਕ ਚੀਜ਼ਾਂ ਤੋਂ ਮੁਕਤ ਕੀਤੇ ਜਾ ਚੁੱਕੇ ਹਾਂ। ਅਗਰ ਹੈ ਪਵਿੱਤਰ ਆਤਮਾ ਤੋਂ ਅਸੀਂ ਦੁਸ਼ਟ ਦੀਆਂ ਚਾਲਾਂ ਤੋਂ ਆਜ਼ਾਦ ਹੋ ਚੁੱਕੇ ਹਾਂ। ਸੋ ਮੇਰੇ ਭੈਣੋ ਤੇ ਭਰਾਵੋ, ਬਹੁਤ ਗੰਭੀਰਤਾ ਦੇ ਨਾਲ ਬੈਠ ਕੇ ਸੋਚੋ ਕਿ ਤੁਸੀਂ ਪਵਿੱਤਰ ਆਤਮਾ ਨੂੰ ਆਪਣੇ ਜੀਵਨ ਦੇ ਵਿੱਚ ਕਿੱਥੇ ਰੱਖਿਆ ਹੋਇਆ। ਖੁਦਾ ਨੇ ਦੇ ਦਿੱਤਾ, ਪਰ ਤੁਸੀਂ ਕਿੱਥੇ ਰੱਖਿਆ ਹੋਇਆ? ਕਿ ਉਹਦਾ ਸੁਭਾਅ ਤੁਹਾਡੇ ਵਿੱਚ ਆ ਚੁੱਕਾ? ਕਿ ਖੁਦਾ ਦਾ ਹੁਕਮ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਰਿਹਾ ਜਾਂ ਨਹੀਂ ਹੋ ਰਿਹਾ? ਅਗਰ ਹੋ ਰਿਹਾ ਹੈ, ਸਾਡੇ ਜੀਵਨ 'ਚ ਪਰਮੇਸ਼ਵਰ ਦੇ ਵਚਨ ਪੂਰੇ ਹੋ ਰਹੇ ਆ, ਤੇ ਸਭ ਤੋਂ ਵੱਧ ਪਵਿੱਤਰ ਆਤਮਾ ਸਾਡੇ ਜੀਵਨ 'ਚ ਖੁਸ਼ ਆ। ਤੇ ਜਦੋਂ ਉਹ ਖੁਸ਼ ਆ ਤੇ ਅਸੀਂ ਆਜ਼ਾਦ ਹਾਂ ਤੇ ਸੁਤੰਤਰ ਹਾਂ। ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਸੀ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ ਇਸ ਵਚਨ ਦੇ ਵਿੱਚ ਦੀ। ਔਰ ਜ਼ਰੂਰ ਮੇਰਾ ਵਿਸ਼ਵਾਸ ਹੈ ਤੁਸੀਂ ਗੌਰ ਕਰੋਗੇ, ਤੁਹਾਨੂੰ ਪਰਮੇਸ਼ਵਰ ਦਾ ਆਤਮਾ ਟੱਚ ਕਰੇਗਾ ਜਦੋਂ ਤੁਸੀਂ ਇਸ ਵਚਨ ਨੂੰ ਸੁਣੋਗੇ। ਔਰ ਪਰਮੇਸ਼ਵਰ ਤੁਹਾਨੂੰ ਬੜੋਤਰੀ ਦੀ ਔਰ ਲੈ ਕੇ ਜਾਏਗਾ, ਤੁਹਾਨੂੰ ਆਪਣੀ ਸਮਝ ਦੇਵੇਗਾ, ਕਿਉਂਕਿ ਮੰਗਣ ਵਾਲਾ ਪਾ ਲੈਂਦਾ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਮੰਗਦੇ ਰਹੋ ਖੁਦਾ ਦੇ ਕੋਲੋਂ, ਕਿਉਂਕਿ ਮੰਗਣ ਵਾਲੇ ਲਈ ਜੋ ਹੈ ਉਹ ਪਰਮੇਸ਼ਵਰ ਦਿੰਦਾ ਹੈ, ਤੇ ਖੜਕਾਉਣ ਵਾਲੇ ਲਈ ਖੋਲ੍ਹਦਾ ਹੈ, ਤੇ ਢੂੰਡਣ ਵਾਲੇ ਨੂੰ ਉਹ ਲੱਭ ਜਾਂਦਾ ਹੈ। ਅਗਰ ਤੁਸੀਂ ਮੰਗਣ ਵਾਲੇ ਹੈ ਤਾਂ ਤੁਸੀਂ ਜ਼ਰੂਰ ਪਾਲੋਗੇ। ਅਗਰ ਤੁਸੀਂ ਖੋਜਣ ਵਾਲੇ ਹੋ ਤਾਂ ਤੁਹਾਨੂੰ ਜ਼ਰੂਰ ਲੱਭ ਪਵੇਗਾ। ਅਗਰ ਤੁਸੀਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਐਂਟਰੀ ਕਰ ਚੁੱਕੇ ਹੋ ਤੇ ਜ਼ਿੰਦਗੀ ਬਹੁਤਾਤ ਦੀ ਜੋ ਆ ਤੁਹਾਡੇ ਜੀਵਨ ਦੇ ਵਿੱਚ ਹੀ ਆ, ਉਹ ਵਰਕ ਕਰ ਰਹੀ ਹੈ। ਮੇਰੇ ਭੈਣੋ ਤੇ ਭਰਾਵੋ, ਇਸ ਵਚਨ ਨੂੰ ਪੜ੍ਹੇ ਤੇ ਸੁਣੇ ਜਾਣ ਨੂੰ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।